प्यारे बच्चों सत श्री अकाल। अज मिति 2 महीना अक्तूबर 2020 असी पैस सीट की अभी 29 करन जा रहे हैं बच्चों। वैसे तो रोज़ कहना चंगा नहीं लगता, पर मैनू मजबूर होकर कहना पैंदा है कि तुसी कल्ले सिर्फ ये की है भी प्रश्न उत्तर देने वास्ते असी पैरे नहीं पढ़ते। इस तो बिना भी ਜਿਹੜੇ ਪੈਰੇ ਨੇ, ਚਾਹੇ ਉਹ ਪੰਜਾਬੀ ਦਾ ਹੋਵੇ, ਚਾਹੇ ਹਿੰਦੀ ਦਾ, ਚਾਹੇ ਅੰਗਰੇਜ਼ੀ ਦਾ, ਜਾਂ ਵਾਤਾਵਰਨ ਦੇ ਹੀ ਪ੍ਰਸ਼ਨ ਕਿਉਂ ਨਹੀਂ ਹੋਣ, ਇਹ ਸਾਨੂੰ ਬਹੁਤ ਹੀ ਸਿੱਖਿਆਦਾਇਕ ਪੈਰੇ 'ਤੇ ਕੀ ਹੈ ਪ੍ਰਸ਼ਨ ਉੱਤਰ ਪਾਏ ਜਾਂਦੇ ਹਨ। ਇਸ ਕਰਕੇ ਸਾਨੂੰ ਇਹ ਪੈਰੇ ਬੜੇ ਹੀ ਧਿਆਨ ਦੇ ਨਾਲ ਪੜ੍ਹਨੇ ਚਾਹੀਦੇ ਹਨ ਜਾਂ ਸੁਣਨੇ ਚਾਹੀਦੇ ਹਨ, ਕਿਉਂਕਿ ਅਸੀਂ ਇਹਨਾਂ ਦੇ ਵਿੱਚੋਂ ਬਹੁਤ ਕੁਝ ਸਿੱਖਦੇ ਹਾਂ। ਅਤੇ ਨਾਲ ਦੀ ਨਾਲ ਜਿਹੜੀ ਸਾਡੀ ਰੀਡਿੰਗ ਪ੍ਰੈਕਟਿਸ ਹੈ, ਚਾਹੇ ਉਹ ਪੰਜਾਬੀ ਹੈ, ਚਾਹੇ ਹਿੰਦੀ ਹੈ, ਚਾਹੇ ਇੰਗਲਿਸ਼ ਹੈ, ਉਹ ਵੀ ਨਾਲ ਕੀ ਹੁੰਦੀ ਹੈ ਵੀ ਉਹਦੇ ਵਿੱਚ ਇੰਪਰੂਵਮੈਂਟ ਹੁੰਦੀ ਹੈ, ਭਾਵ ਉਹਦੀ ਵੀ ਸ਼ੋਧ ਹੁੰਦੀ ਹੈ। ਇਸ ਕਰਕੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਬੱਚੇ ਮੇਰਾ ਕਹਿਣਾ ਜ਼ਰੂਰ ਮੰਨੋਗੇ ਅਤੇ ਪੂਰੀ ਵੀਡੀਓ ਬੜੇ ਧਿਆਨ ਦੇ ਨਾਲ ਦੇਖੋਗੇ। ਜਿਹੜੇ 3rd ਕਲਾਸ ਦੇ ਬੱਚੇ ਨੇ ਉਹਨਾਂ ਨੂੰ ਹਿੰਦੀ ਦੀ ਦੇਖਣ ਦੀ ਕੋਈ ਜ਼ਰੂਰਤ ਨਹੀਂ, ਉਹ ਅੱਗੇ ਆਪਣਾ ਪੰਜਾਬੀ, ਇੰਗਲਿਸ਼ ਅਤੇ ਵਾਤਾਵਰਨ ਨੂੰ ਬੜੇ ਧਿਆਨ ਦੇ ਨਾਲ ਦੇਖਿਆ ਕਰੋ। ਹਾਂਜੀ ਦੇਖੋ, ਪਹਿਲਾਂ ਆਪਾਂ ਰੋਜ਼ ਦੀ ਤਰ੍ਹਾਂ ਪੈਰਾ ਪੜ੍ਹ ਰਹੇ ਹਾਂ। ਵਿਸ਼ਾ ਪੰਜਾਬੀ ਬਹੁਤ ਹੀ ਵਧੀਆ ਜਿਹੜੇ ਨੇ ਉਹ ਪੈਰੇ ਦਿੱਤੇ ਜਾਂਦੇ ਨੇ। ਹਾਂਜੀ, ਵਿਸ਼ਾ ਪੰਜਾਬੀ। ਭਾਰਤ ਦੀ ਤਰੱਕੀ ਵਾਸਤੇ ਸਮਾਜ ਦੇ ਹਰ ਪ੍ਰਾਣੀ ਵਿੱਚ ਵਿਗਿਆਨਕ ਸੋਚ ਦਾ ਹੋਣਾ ਅਤੀ ਜ਼ਰੂਰੀ ਹੈ। ਭਾਵ ਬੱਚੋ, ਸਾਡੇ ਵਿੱਚ ਰੂੜੀਵਾਦੀ ਕੀ ਹੈ, ਜਾਦੂ ਟੂਣੇ ਵਾਲੀ ਸੋਚ ਨਹੀਂ ਹੋਣੀ ਚਾਹੀਦੀ। ਸਾਨੂੰ ਤਰਕ ਦੇ ਨਾਲ ਸੋਚਣਾ ਚਾਹੀਦਾ ਹੈ। ਲੋਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਜਲੰਧਰ ਕਪੂਰਥਲਾ ਸੜਕ 'ਤੇ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਤੇ ਤੋਂ ਪਹਿਲਾਂ ਜਦੋਂ ਕੌਮਾ ਹੋਵੇ ਤਾਂ ਭਾਵੇਂ ਦਾ ਆਪਾਂ ਉੱਤੇ ਵੀ ਕਹਿ ਸਕਦੇ ਹਾਂ। ਠੀਕ ਹੈ, ਇਹ ਕੀ ਹੈ, ਉੱਤੇ ਨੂੰ ਕਹਿਣ ਦੇ ਬਜਾਏ ਕਿ ਇਹ ਵੀ ਅੱਗੇ ਕੌਮਾ ਪਾਇਆ ਜਾਂਦਾ, ਤਾਂ ਇਹਦਾ ਮਤਲਬ ਇਹ ਹੈ ਬੱਚਿਓ, ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 72 ਏਕੜ ਜ਼ਮੀਨ ਵਿੱਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਬਣਾਈ ਗਈ ਹੈ। ਸਾਇੰਸ ਸਿਟੀ ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਵੱਲੋਂ 17 ਅਕਤੂਬਰ 1997 ਵਿੱਚ ਰੱਖਿਆ ਗਿਆ। ਇਸ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਜੀ ਦੀ ਮਾਤਾ ਸ਼੍ਰੀਮਤੀ ਪੁਸ਼ਪਾ ਗੁਜਰਾਲ ਜੀ ਦੇ ਨਾਮ 'ਤੇ ਰੱਖਿਆ ਗਿਆ ਸੀ। ਸਾਇੰਸ ਸਿਟੀ ਪਹੁੰਚਦੇ ਆ ਸਾਡੀ ਸਭ ਤੋਂ ਪਹਿਲੀ ਨਜ਼ਰ ਇੱਕ ਵੱਡੇ ਗਲੋਬ 'ਤੇ ਪੈਂਦੀ ਹੈ। ਗਲੋਬ ਹੁੰਦਾ ਬੱਚੋ ਧਰਤੀ ਦਾ ਮਾਡਲ। ਬਾਹਰੋਂ ਗਲੋਬ ਦਿਸਣ ਵਾਲਾ ਅਸਲ ਵਿੱਚ ਥੀਏਟਰ ਹੈ। ਥੀਏਟਰ ਭਾਵ ਇੱਕ ਸਿਨੇਮੇ ਦੀ ਤਰ੍ਹਾਂ ਹੁੰਦਾ, ਠੀਕ ਹੈ ਨਾ, ਜਿਹਦੇ ਵਿੱਚ ਬਹੁਤ ਵੱਡੀਆਂ ਸਕਰੀਨਾਂ ਲੱਗੀਆਂ ਹੁੰਦੀਆਂ ਹਨ, ਜਿਸ ਵਿੱਚ ਆਮ ਸਿਨੇਮਾ ਘਰਾਂ ਨਾਲੋਂ 10 ਗੁਣਾ ਵੱਡੀ ਸਕਰੀਨ ਹੈ, ਜਿਸ 'ਤੇ ਫਿਲਮ ਦਿਖਾਈ ਜਾਂਦੀ ਹੈ। ਸਾਇੰਸ ਸਿਟੀ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ ਇੱਕ ਊਰਜਾ ਪਾਰਕ ਹੈ, ਜੋ ਕਿ 3 ਏਕੜ ਵਿੱਚ ਬਣਾਇਆ ਗਿਆ ਹੈ। ਸਾਇੰਸ ਸਿਟੀ ਦੇ ਇਸ ਹਿੱਸੇ ਵਿੱਚ ਸਿਰਫ ਸੂਰਜੀ ਊਰਜਾ ਦੀ ਵਰਤੋਂ ਕੀਤੀ ਜਾਂਦੀ ਹੈ। ਬੱਚੇ, ਉੱਥੇ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਪਾਣੀ ਨੂੰ ਰੋਕ ਕੇ ਬੰਨ੍ਹ ਬਣਾ ਕੇ ਬਿਜਲੀ ਤਿਆਰ ਕੀਤੀ ਜਾਂਦੀ। ਉੱਥੇ ਸੂਰਜੀ ਊਰਜਾ, ਸੂਰਜ ਦੀਆਂ ਕੀ ਤਪਸ਼ ਤੋਂ ਕੀ ਹੈ ਜਿਹੜੀ ਬਿਜਲੀ ਤਿਆਰ ਕੀਤੀ ਜਾਂਦੀ ਉਹਨੂੰ ਬੋਲਦੇ ਹਾਂ ਸੂਰਜੀ ਊਰਜਾ ਦੀ ਵਰਤੋਂ ਕੀਤੀ ਜਾਂਦੀ ਹੈ। ਹਾਂਜੀ, ਆਪਾਂ ਪਹਿਲਾਂ ਪ੍ਰਸ਼ਨ ਛਾਂਟਦੇ ਹਾਂ ਅਤੇ ਫਿਰ ਕੀ ਹੈ ਵੀ ਆਪਾਂ ਸਾਇੰਸ ਸਿਟੀ ਗੁਜਰਾਲ ਦੇਖਣ ਚੱਲਾਂਗੇ ਸਾਰੇ। ਠੀਕ ਹੈ, ਪਹਿਲਾ ਪ੍ਰਸ਼ਨ ਦੇਖੋ, ਸਾਇੰਸ ਸਿਟੀ ਦਾ ਨੀਂਹ ਪੱਥਰ ਕਿਸ ਨੇ ਰੱਖਿਆ ਸੀ? ਹਾਂਜੀ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਨਹੀਂ ਬੱਚੇ, ਸ਼੍ਰੀਮਤੀ ਪੁਸ਼ਪਾ ਗੁਜਰਾਲ ਨਹੀਂ, ਇਹਨਾਂ ਦੇ ਨਾਮ 'ਤੇ ਬਣਾਇਆ ਗਿਆ, ਜਿਹੜੇ ਕਿ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਦੇ ਮਾਤਾ ਜੀ ਸਨ। ਨੰਬਰ ਤੀਸਰਾ, ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ। ਹਾਂਜੀ ਬੱਚੋ, ਇਹਨਾਂ ਨੇ ਰੱਖਿਆ ਇਸ ਦਾ ਨੀਂਹ ਪੱਥਰ, ਕਿਉਂਕਿ ਇਹਨਾਂ ਨੇ ਆਪਣੇ ਮਾਤਾ ਜੀ ਦੇ ਨਾਮ 'ਤੇ ਬਣਾਇਆ ਹੈ। ਤੀਸਰਾ ਉੱਤਰ ਸਹੀ ਹੈ। ਅਗਲਾ ਪ੍ਰਸ਼ਨ ਐੜਾ, ਸਾਇੰਸ ਸਿਟੀ ਦਾ ਨੀਂਹ ਪੱਥਰ ਕਦੋਂ ਰੱਖਿਆ ਗਿਆ? ਹਾਂਜੀ, ਕਦੋਂ ਰੱਖਿਆ ਗਿਆ ਬੱਚੋ? 17 ਅਕਤੂਬਰ 1997 ਦੇ ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਗਿਆ। ਨੀਂਹ ਪੱਥਰ ਰੱਖਣ ਦਾ ਭਾਵ ਜਦੋਂ ਅਸੀਂ ਕਿਸੇ ਚੀਜ਼ ਦੀ ਸ਼ੁਰੂਆਤ ਕਰਦੇ ਹਾਂ। ਪ੍ਰਸ਼ਨ ਤੀਸਰਾ, ਜੇਕਰ ਗਲੋਬ ਤੋਂ ਭਾਵ ਧਰਤੀ ਦਾ ਮਾਡਲ ਹੈ ਤਾਂ ਥੀਏਟਰ ਤੋਂ ਕੀ ਭਾਵ ਹੈ? ਥੀਏਟਰ ਤੋਂ ਭਾਵ ਹੈ ਬੱਚੋ ਸਿਨੇਮਾ ਘਰ। ਤੀਸਰਾ ਉੱਤਰ ਬਿਲਕੁਲ ਸਹੀ ਉੱਤਰ ਹੈ। ਅੱਗੇ ਦੇਖੋ, ਇਹਨਾਂ ਚਿੰਨ੍ਹਾਂ ਵਿੱਚੋਂ ਕਿਹੜਾ ਵਿਸ਼ਰਾਮ ਚਿੰਨ੍ਹ ਨਹੀਂ ਹੈ? ਹਾਂਜੀ, ਇਹ ਬੱਚੇ ਪ੍ਰਸ਼ਨਵਾਚਕ ਹੈ, ਇਹ ਵਿਸਮਕ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਹੈਰਾਨੀਵਾਚਕ ਜੋ ਵੀ ਹੈ, ਅਤੇ ਇਹਨੂੰ ਆਪਾਂ ਡੰਡੀ ਬੋਲਦੇ ਹਾਂ ਪੰਜਾਬੀ ਦੇ ਵਿੱਚ, ਫੁੱਲ ਸਟਾਪ ਪੂਰਾ। ਅਤੇ ਇਹ ਬੱਚੇ ਆਦਿਕ ਇਹ ਕੀ ਹੈ ਕਿ ਵਿਸ਼ਰਾਮ ਚਿੰਨ੍ਹ ਨਹੀਂ ਹੈ, ਇੱਕ ਮਾਤਰਾ ਦਾ ਕੰਮ ਕਰਦਾ ਹੈ। ਅੱਗੇ ਪ੍ਰਸ਼ਨ ਹੈਗਾ ਸਾਇੰਸ ਸਿਟੀ ਡੈਸ਼ ਏਕੜ ਵਿੱਚ ਬਣੀ ਹੋਈ ਹੈ ਬੱਚੋ। ਏਕੜ ਭਾਵ ਜ਼ਮੀਨ ਨੂੰ ਕਿ ਜਿੰਨੀ
ਉਹਦੇ ਵਿੱਚ ਜ਼ਮੀਨ ਵਰਤੀ ਗਈ ਹੈ, ਕਹਿੰਦੇ 72 ਏਕੜ ਦੇ ਵਿੱਚ ਬਣੀ ਹੋਈ ਹੈ। ਕਿੰਨੇ ਬੱਚੋ 72 ਏਕੜ ਇੱਥੇ ਆਏਗਾ, ਤਾਂ ਦੂਸਰਾ ਉੱਤਰ ਸਹੀ ਹੈ ਤੇ ਇਹਦਾ ਉੱਤਰ ਹੈਗਾ ਚੌਥਾ। ਇਸ ਤੋਂ ਬਾਅਦ ਅਸੀਂ ਵੱਧਦੇ ਹਾਂ ਗਣਿਤ ਵੱਲ, ਤੇ ਬੜੇ ਹੀ ਇੰਟਰਸਟਿੰਗ ਜਿਹੜੇ ਹੁੰਦੇ ਨੇ ਸਵਾਲ ਪਾਏ ਹੁੰਦੇ ਨੇ। ਕਿਰਪਾ ਕਰਕੇ ਤੁਸੀਂ ਪਲੀਜ਼ ਸਾਰੇ ਸਵਾਲਾਂ ਨੂੰ ਦੇਖਿਆ ਕਰੋ, ਕੱਲੀਆਂ ਨਿਸ਼ਾਨੀਆਂ ਨਾ ਲਗਾਇਆ ਕਰੋ ਵੀ ਅਸੀਂ ਵੀਡੀਓ ਨੂੰ ਕੀ ਕਰ ਲਿਆ ਵੀ ਪੌਜ਼ ਕੀਤਾ ਤੇ ਆਨਸਰ ਲਗਾ ਲਏ। ਬੱਚੋ ਇੱਦਾਂ ਨਹੀਂ ਕਰਨਾ, ਪਲੀਜ਼ ਧਿਆਨ ਨਾਲ ਸਮਝਿਆ ਕਰੋ। ਜਗਦੀਸ਼ ਨੇ ਦੁਕਾਨਦਾਰ ਨੂੰ ਅਗਸਤ ਮਹੀਨੇ ਦੇ ਦੁੱਧ ਦੇ ਪੈਸੇ ਦੇਣ ਲਈ ਦਿਖਾਏ ਗਏ ਕਰੰਸੀ ਨੋਟ ਦਿੱਤੇ। ਜਗਦੀਸ਼ ਨੇ ਅਗਸਤ ਮਹੀਨੇ ਵਿੱਚ ਕਿੰਨੇ ਰੁਪਇਆਂ ਦਾ ਦੁੱਧ ਖਰੀਦਿਆ? ਹਾਂਜੀ ਬੱਚੋ, ਇੱਕ ਤਾਂ ਉਹਨੇ 500 ਰੁਪਏ ਦਿੱਤੇ, ਫਿਰ ਉਹਨੇ 200 ਰੁਪਏ ਦਾ ਨੋਟ ਵੀ ਦਿੱਤਾ, ਤੇ ਉਹਨੇ 100 ਰੁਪਏ ਦਾ ਨੋਟ ਦਿੱਤਾ, ਫਿਰ ਉਸਨੇ 20 ਰੁਪਏ ਦਾ ਨੋਟ ਦਿੱਤਾ, ਤੇ 10 ਰੁਪਏ ਦਾ ਨੋਟ ਦਿੱਤਾ, ਤੇ 5 ਰੁਪਏ ਦਾ। ਹੁਣ ਕੀ ਕਰਨਾ, ਆਪਾਂ ਕੁੱਲ ਦਿੱਤੇ ਨੇ ਪੈਸੇ ਤਾਂ ਆਪਾਂ ਸਾਰਿਆਂ ਨੂੰ ਜੋੜ ਲਾਂਗੇ। 500 ਤੇ 200 700 800 820 830 ਤੇ 835। ਕਿੰਨੇ ਰੁਪਏ ਦਿੱਤੇ ਨੇ ਬੱਚੋ ਜਗਦੀਸ਼ ਨੇ ਦੁਕਾਨਦਾਰ ਨੂੰ? 835 ਰੁਪਏ। ਸੱਸਾ ਉੱਤਰ ਸਹੀ ਉੱਤਰ ਹੈ। ਤੁਸੀਂ ਖੁਦ ਵੀ ਜੋੜ ਕੇ ਦੇਖਿਆ ਕਰੋ, ਕਈ ਵਾਰ ਮੈਥੋਂ ਵੀ ਗਲਤੀ ਹੋ ਸਕਦੀ ਹੈ। ਦੂਸਰਾ ਪ੍ਰਸ਼ਨ ਦੇਖੋ, ਗੁਰਜੀਤ, ਕਿਰਪਾਲ, ਸੁਨੀਤਾ ਅਤੇ ਕਿਰਨ ਨੇ ਅੰਕ 3, 2 ਅਤੇ 4 ਦੀ ਵਰਤੋਂ ਕਰਕੇ ਹੇਠਾਂ ਦਿਖਾਏ ਅਨੁਸਾਰ ਸੰਖਿਆਵਾਂ ਦੇ ਕਾਰਡ ਬਣਾਏ। ਇਹਨਾਂ ਲਈ ਸਹੀ ਕਥਨ ਦੀ ਚੋਣ ਕਰੋ। ਹਾਂਜੀ, ਗੁਰਜੀਤ ਨੇ ਇਹਨਾਂ ਤਿੰਨਾਂ ਅੰਕਾਂ ਨੂੰ ਲੈ ਕੇ 243 ਦਾ ਕਾਰਡ ਬਣਾਇਆ, ਜਿਹਦਾ ਕਿ ਨੰਬਰ A ਹੈ। ਕਿਰਪਾਲ ਨੇ ਬੱਚੋ ਤਿੰਨਾਂ ਅੰਕਾਂ ਨੂੰ ਲੈ ਕੇ ਤੀਆ ਮੂਹਰੇ ਲਾ ਕੇ 342 ਬਣਾਤਾ, ਕਾਰਡ B ਨੰਬਰ ਹੈ। ਅੱਗੇ ਸੁਨੀਤਾ ਨੇ ਇਹਨਾਂ ਤਿੰਨਾਂ ਅੰਕਾਂ ਨੂੰ ਲੈ ਕੇ 423 ਦਾ ਕਾਰਡ ਬਣਾਤਾ, ਤੇ ਨੰਬਰ C ਹੈ ਇਸਦਾ। ਤੇ ਬੱਚੋ ਕਿਰਨ ਨੇ ਕੀ ਹੈ 432 ਦਾ ਅੰਕ ਕੀ ਹੈ ਵੀ ਤਿੰਨਾਂ ਅੰਕਾਂ ਨੂੰ ਲੈ ਕੇ 4 3 2 ਨੂੰ ਇਹ ਕਾਰਡ D ਬਣਾਤਾ। ਹੁਣ ਅਸੀਂ ਉੱਤਰ ਦੇਣੇ ਨੇ ਊੜਾ। ਕਾਰਡ ਸੰਖਿਆਵਾਂ ਦੇ ਵਾਧੇ ਕ੍ਰਮ ਵਿੱਚ ਰੱਖੇ ਗਏ ਨੇ, ਆਪਾਂ ਦੇਖ ਲੈਂਦੇ ਜੀ 243 342 423 432। ਹਾਂਜੀ ਬੱਚਿਓ, ਇਹ ਵਾਧਾ ਕ੍ਰਮ ਹੈ। ਦੇਖੋ ਅੱਗੇ ਅੱਗੇ ਵੱਧ ਰਹੇ ਨੇ, 243 ਤੋਂ 342 423 432, ਇਸ ਕਰਕੇ ਊੜਾ ਉੱਤਰ ਬਿਲਕੁਲ ਸਹੀ ਉੱਤਰ ਹੈ। ਅੱਗੇ ਐਡ 'ਚ ਕੀ ਹੈ, ਕਾਰਡ D ਉੱਪਰ ਲਿਖੀ ਸੰਖਿਆ ਸਭ ਤੋਂ ਵੱਡੀ ਸੰਖਿਆ ਹੈ। ਹਾਂਜੀ ਬੱਚੋ, D ਦੇ ਵਿੱਚ ਸਭ ਤੋਂ ਵੱਡੀ ਕੀ ਹੈ, ਕਿਉਂਕਿ ਸਭ ਤੋਂ ਵੱਡਾ ਅੰਕ ਕੀ ਹੈ 4 ਹੈ, ਉਹਨੂੰ ਅਸੀਂ ਅੱਗੇ ਲਗਾਤਾ, ਸੈਂਕੜੇ ਦੇ ਰੂਪ ਵਿੱਚ ਦੇਤਾ। ਦਹਾਈ ਵਾਲੇ ਅੰਕ ਤੇ ਅਸੀਂ 3 ਲਗਾਤਾ, ਕਿਉਂਕਿ ਦੋਨਾਂ ਦੇ ਵਿੱਚੋਂ ਅੱਗੇ ਇਹੀ ਵੱਡਾ ਹੈ। ਅੱਗੇ ਇਕਾਈ ਦੇ ਅਸੀਂ 2 ਲਗਾਤਾ, ਤਾਂ 432 ਸੰਖਿਆ ਕੀ ਇਹਨਾਂ ਤਿੰਨਾਂ ਅੰਕਾਂ ਦੇ ਨਾਲ ਸਭ ਤੋਂ ਵੱਡੀ ਸੰਖਿਆ ਬਣੇਗੀ। ਇਹ ਵੀ ਕੀ ਹੈ, ਐੜਾ ਵੀ ਉੱਤਰ ਸਹੀ ਹੈ। ਅੱਗੇ ਦੇਖੋ ਵੀ ਕਾਰਡ A ਉੱਪਰ ਲਿਖੀ ਸੰਖਿਆ ਵਿੱਚ ਸੈਂਕੜੇ ਦੇ ਸਥਾਨ ਵਾਲਾ ਬੱਚੋ ਸੈਂਕੜਾ ਕੀ ਹੈ 200 ਦਾ ਅੰਕ ਦਹਾਈ ਦੇ ਸਥਾਨ ਤੇ, ਦਹਾਈ ਦੇ ਕੀ ਹੈ ਬੱਚੋ 4 ਹੈ, ਵਾਲੇ ਅੰਕ ਤੋਂ ਅੱਧਾ ਹੈ। ਬਿਲਕੁਲ ਸਹੀ ਹੈ। ਇਹ 4 ਦੇ ਨਾਲੋਂ ਜਿਹੜਾ ਸੈਂਕੜੇ ਵਾਲਾ ਦਹਾਈ ਦੇ ਨਾਲੋਂ ਇਕਾਈ ਵਾਲਾ ਅੱਧਾ ਹੈ। 4 ਦਾ ਅੱਧ ਵਿੱਚੋਂ 2 ਹੁੰਦਾ, ਇਹ ਵੀ ਬਿਲਕੁਲ ਸਹੀ ਹੈ। ਸੱਸਾ ਉਪਰੋਕਤ ਸਾਰੇ ਕਥਨ ਸਹੀ ਹਨ। ਹਾਂਜੀ, ਤਿੰਨੇ ਉੱਤਰ ਬਿਲਕੁਲ ਸਹੀ ਹਨ, ਇਸ ਕਰਕੇ ਸਾਡਾ ਸੱਸਾ ਉੱਤਰ ਬਿਲਕੁਲ ਸਹੀ ਉੱਤਰ ਹੈ। ਤੇ ਅਗਲਾ ਪ੍ਰਸ਼ਨ ਦੇਖਦੇ ਹਾਂ ਆਪਾਂ, ਤੀਸਰਾ ਕੀ ਕਹਿੰਦਾ ਆਪਾਂ ਨੂੰ। ਪ੍ਰਵਿੰਦਰ ਦੇ ਘਰ ਲੱਗੇ ਬਿਜਲੀ ਦੇ ਮੀਟਰ ਦੀ ਰੀਡਿੰਗ ਜੁਲਾਈ ਮਹੀਨੇ ਵਿੱਚ 225 ਯੂਨਿਟ ਸੀ। ਅਗਸਤ ਮਹੀਨੇ ਵਿੱਚ ਮੀਟਰ ਰੀਡਿੰਗ 450 ਹੋ ਗਈ। ਹਾਂਜੀ, ਪਹਿਲਾਂ 225 ਸੀ, 225 ਹੋਰ ਵੱਧ ਗਈ ਬੱਚੋ, 450 ਹੋ ਗਈ। ਪਰਮਿੰਦਰ ਨੇ ਅਗਸਤ ਮਹੀਨੇ ਵਿੱਚ ਬਿਜਲੀ ਦੇ ਕਿੰਨੇ ਯੂਨਿਟ ਦੀ ਵਰਤੋਂ ਕੀਤੀ? ਸਾਨੂੰ ਪਤਾ ਹੈ ਕਿ 450 ਸੀਗੀ, ਉਹਨੇ ਪਹਿਲਾਂ 225 ਸੀ, 450 ਹੋ ਗਈ, ਭਾਵ ਇਹਦੇ ਵਿੱਚ 250 ਹੋਰ ਜੁੜ ਗਏ। ਤੁਸੀਂ ਖੁਦ ਦੇਖਣਾ ਹੈ, 225 ਨੂੰ 225 ਜੋੜ ਕੇ ਦੇਖੋ 450 ਹੋ ਜਾਣਗੇ। ਤਾਂ ਜੀ ਹੁਣ ਕਿੰਨੀ ਉਹਨੇ ਯੂਨਿਟ ਦੀ ਵਰਤੋਂ ਕੀਤੀ? 225 ਯੂਨਿਟ ਤੋਂ ਘੱਟ, ਬਿਲਕੁਲ ਗਲਤ ਹੈ ਬੱਚੋ, 225 ਕੀਤੀ ਹੈ। ਠੀਕ ਹੈ, ਤੇ ਘੱਟ ਨਹੀਂ ਹੋਣਾ ਚਾਹੀਦਾ। ਐੜਾ ਹੈਗਾ 300 ਯੂਨਿਟ ਤੋਂ ਵੱਧ, 300 ਯੂਨਿਟ ਤੋਂ ਵੱਧ ਵੀ ਨਹੀਂ ਕੀਤੀ ਬੱਚੋ, ਕਿਉਂਕਿ ਉਹਨੇ 225 ਕੀਤੀ ਹੈ। 450 ਯੂਨਿਟ ਟੋਟਲ ਕੀਤੀ ਹੈ। ਇਹਨੇ ਪੁੱਛਿਆ ਵੀ ਕਿੰਨੀ ਵੱਧ ਕੀਤੀ ਹੈ। ਸੱਸਾ ਉੱਤਰ 200 ਤੋਂ 250 ਯੂਨਿਟ ਦੇ ਵਿਚਕਾਰ, ਇਹ ਬਿਲਕੁਲ ਸਹੀ ਹੈ, ਕਿਉਂਕਿ ਉਸਨੇ 225 ਯੂਨਿਟ ਵੱਧ ਕੀਤੀ ਹੈ, ਤਾਂ 225 200 ਤੇ 250 ਦੇ ਵਿਚਕਾਰ ਆਏਗਾ। ਸੱਸਾ ਉੱਤਰ ਬਿਲਕੁਲ ਸਹੀ ਉੱਤਰ ਹੈ ਬੱਚੋ। ਅੱਗੇ ਚੌਥਾ ਦੇਖੋ ਪ੍ਰਸ਼ਨ, ਹਰਮੀਤ ਦੇ ਪਿਤਾ ਜੀ ਲਈ ਹੇਠਾਂ ਦਿਖਾਇਆ ਤੋਹਫਾ ਖਰੀਦਿਆ ਤੇ ਦੁਕਾਨਦਾਰ ਨੇ ਉਸ ਨੂੰ 100 ਤੇ 20 ਦੇ ਨੋਟ ਕੇ ਵਾਪਸ ਕੀਤੇ। ਇੱਕ ਬੱਚੇ 100 ਦਾ ਨੋਟ ਵਾਪਸ ਕੀਤਾ, ਤੇ ਇੱਕ ਕੀ ਹੈ ਵੀ ਉਹਨਾਂ ਨੇ 20 ਦਾ ਨੋਟ ਵਾਪਸ ਕੀਤਾ। ਹਰਮੀਤ ਨੇ ਦੁਕਾਨਦਾਰ ਨੂੰ ਕਿੰਨੇ ਰੁਪਏ ਦਿੱਤੇ ਹੋਣਗੇ? ਹਾਂਜੀ, ਹਰਮੀਤ ਨੇ ਖਰੀਦਿਆ,
ਤਾਂ ਉਸਨੇ ਕੀ ਕੀਤਾ ਵੀ ਉਸ ਦੁਕਾਨਦਾਰ ਨੇ ਕੀ 380 ਰੁਪਏ ਕੱਟ ਲਏ ਅਤੇ 120 ਰੁਪਏ ਕੀ ਹੈ ਵੀ ਉਸ ਨੂੰ ਵਾਪਸ ਕਰਤੇ। ਜਦੋਂ ਅਸੀਂ ਦੋਨਾਂ ਨੂੰ ਜੋੜਦੇ ਹਾਂ 380 ਅਤੇ 120 ਨੂੰ ਤਾਂ ਇਹਨਾਂ ਦਾ ਜੋੜ ਬੱਚੋ 500 ਰੁਪਏ ਬਣੇਗਾ। ਤੁਸੀਂ ਖੁਦ ਜੋੜ ਕੇ ਦੇਖਣਾ 380 ਦੇ ਵਿੱਚ ਜਦੋਂ ਅਸੀਂ 120 ਜੋੜਾਂਗੇ ਤਾਂ 500 ਆ ਜਾਏਗਾ। ਇਹਦਾ ਮਤਲਬ ਕੀ ਹੈ ਵੀ ਹਰਮੀਤ ਨੇ ਦੁਕਾਨਦਾਰ ਨੂੰ 500 ਰੁਪਏ ਦਾ ਨੋਟ ਦਿੱਤਾ। ਈਡੀ ਉੱਤਰ ਬਿਲਕੁਲ ਸਹੀ ਉੱਤਰ ਹੈ। ਅਗਲਾ ਪ੍ਰਸ਼ਨ ਦੇਖੋ 5ਵਾਂ, ਇੱਕ 3 ਪਹੀਆ ਕਿ ਰਿਕਸ਼ਾ ਬੱਚੋ, ਇੱਕ ਰਿਕਸ਼ਾ ਦੇ 3 ਪਹੀਏ ਹਨ ਅਤੇ ਇੱਕ ਕਾਰ ਦੇ 4 ਪਹੀਏ ਹਨ। ਤਾਂ 2 ਰਿਕਸ਼ਾ ਅਤੇ 3 ਕਾਰਾਂ ਦੇ ਕੁੱਲ ਕਿੰਨੇ ਪਹੀਏ ਹੋਣਗੇ? ਹਾਂਜੀ 2 ਰਿਕਸ਼ਿਆਂ ਦੇ ਹੋ ਗਏ ਬੱਚੋ 3 ਅਤੇ 3 6 ਹੋ ਗਏ ਅਤੇ 3 ਕਾਰਾਂ ਦੇ ਹੋ ਗਏ 4 ਦੂਣੀ 8 4 ਤੀਏ 12। 12 ਤਾਂ ਹੋ ਗਏ ਬੱਚੋ ਕਾਰਾਂ ਦੇ ਅਤੇ 6 ਹੋ ਗਏ ਸਾਡੇ ਕੋਲੇ ਰਿਕਸ਼ਿਆਂ ਦੇ ਅਤੇ 12 ਅਤੇ 6 ਕਿੰਨੇ ਹੋ ਗਏ 18 ਪਹੀਏ ਹੋ ਗਏ ਟੋਟਲ। ਤਾਂ ਊੜਾ ਉੱਤਰ ਬਿਲਕੁਲ ਸਹੀ ਹੈ। 18 ਪਹੀਏ ਇਸ ਦੇ ਕੁੱਲ ਪਹੀਏ ਬਣ ਜਾਂਦੇ ਨੇ। ਤਾਂ ਊੜਾ ਉੱਤਰ ਸਹੀ ਉੱਤਰ ਹੈ। ਅੱਗੇ ਦੇਖਦੇ ਹਾਂ ਜੀ ਅਸੀਂ ਸਬਜੈਕਟ ਇੰਗਲਿਸ਼। ਹਰੀ ਲਿਵਸ ਇਨ ਏ ਬਿਗ ਸਿਟੀ। ਸਿਟੀ ਹੁੰਦਾ ਬੱਚੋ ਸ਼ਹਿਰ, ਬਿਗ ਹੁੰਦਾ ਵੱਡਾ, ਲਿਵਸ ਹੁੰਦਾ ਰਹਿਣਾ, ਠੀਕ ਹੈ। ਹਰੀ ਇੱਕ ਵੱਡੇ ਸ਼ਹਿਰ ਵਿੱਚ ਰਹਿੰਦਾ ਹੈ। ਹੀ ਇਜ਼ ਏ ਟੇਲਰ। ਟੇਲਰ ਹੁੰਦਾ ਦਰਜੀ, ਉਹ ਇੱਕ ਦਰਜੀ ਹੈ। ਭਾਵ ਟੇਲਰ ਜਿਹੜਾ ਕੱਪੜੇ ਸੀਂਦਾ ਟੇਲਰ। ਹੀ ਇਜ਼ ਵੈਰੀ ਪੂਅਰ ਮੈਨ ਸੋ ਹੀ ਇਜ਼ ਨਾਟ ਏਬਲ ਟੂ ਗੈਟ ਇਨਫ ਫੂਡ ਫਾਰ ਹਿਜ਼ ਫੈਮਿਲੀ। ਹੀ ਇਜ਼ ਵੈਰੀ ਪੂਅਰ, ਉਹ ਬਹੁਤ ਗਰੀਬ ਹੈ, ਉਹ ਕਿ ਗਰੀਬ ਆਦਮੀ ਹੈ। ਸੋ ਹੀ ਇਜ਼ ਨਾਟ ਏਬਲ ਟੂ ਗੈਟ ਇਨਫ ਫੂਡ ਫਾਰ ਹਿਜ਼ ਫੈਮਿਲੀ, ਇਸ ਲਈ ਉਹ ਆਪਣੇ ਪਰਿਵਾਰ ਨੂੰ ਕੀ ਹੈ ਵੀ ਸਹੀ ਵਰਤੋਂ 'ਚ ਆਪਾਂ ਕਹਿ ਸਕਦੇ ਹਾਂ ਵੀ ਪੂਰਾ ਭੋਜਨ ਦੇ ਦੇਣ ਦੇ ਯੋਗ ਉਹ ਨਹੀਂ ਹੈ ਆਪਣੇ ਪਰਿਵਾਰ ਨੂੰ। ਭਾਵ ਉਹ ਆਪਣੇ ਪਰਿਵਾਰ ਦਾ ਪੇਟ ਭਰ ਕੇ ਕੀ ਹੈ ਵੀ ਉਹਨਾਂ ਨੂੰ ਖਾਣਾ ਨਹੀਂ ਖਵਾ ਸਕਦਾ ਕਿਉਂਕਿ ਕਿ ਉਹ ਗਰੀਬ ਹੈ। ਹੀ ਇਜ਼ ਨਾਟ ਏਬਲ ਹੁੰਦਾ ਯੋਗ ਟੂ ਗੈਟ ਇਨਫ ਫੂਡ ਫਾਰ ਹਿਜ਼ ਫੈਮਿਲੀ, ਉਹ ਆਪਣੇ ਪਰਿਵਾਰ ਨੂੰ ਪੂਰਾ ਭੋਜਨ ਦੇ ਦੇਣ ਦੇ ਯੋਗ ਵੀ ਨਹੀਂ ਹੈ ਕਿਉਂਕਿ ਉਸਦੀ ਆਮਦਨ ਘੱਟ ਹੈ। ਹੀ ਹੈਜ਼ ਏ ਵਾਈਫ ਐਂਡ ਏ ਲਿਟਲ ਸਨ। ਉਸਦੀ ਇੱਕ ਘਰ ਵਾਲੀ ਹੈ ਅਤੇ ਇੱਕ ਪੁੱਤਰ ਹੈ। ਲਿਟਲ ਸਨ ਦਾ ਛੋਟਾ ਜਿਹਾ ਬੇਟਾ ਹੈ। ਹਿਜ਼ ਸਨ ਅਨਿਲ ਇਜ਼ ਵੈਰੀ ਨਾਟੀ ਐਂਡ ਲੇਜ਼ੀ। ਉਸਦਾ ਲੜਕਾ ਹੈ ਜਿਹੜਾ ਅਨਿਲ, ਉਸਦਾ ਨਾਮ ਕੀ ਹੈ ਅਨਿਲ ਹੈ, ਉਹ ਕੀ ਹੈ ਬਹੁਤ ਨਾਟੀ ਹੈ, ਸ਼ਰਾਰਤੀ ਹੈ। ਐਂਡ ਲੇਜ਼ੀ ਕੀ ਹੁੰਦਾ ਸੁਸਤ, ਨਿਕੰਮਾ। ਉਹ ਕੀ ਹੈ ਆਲਸੀ ਵੀ ਕਹਿ ਸਕਦੇ ਹਾਂ ਆਪਾਂ, ਸੁਸਤ ਵੀ ਕਹਿ ਸਕਦੇ ਹਾਂ, ਨਿਕੰਮਾ ਵੀ ਕਹਿ ਸਕਦੇ ਹਾਂ, ਠੀਕ ਹੈ ਨਾ। ਨਾਟੀ ਹੁੰਦਾ ਸ਼ਰਾਰਤੀ, ਉਹ ਕੀ ਹੈ ਵੀ ਬਹੁਤ ਸ਼ਰਾਰਤੀ ਅਤੇ ਨਿਕੰਮਾ ਹੈ। ਹੀ ਨੈਵਰ ਓਵੇਜ਼ ਹਿਜ਼ ਪੇਰੈਂਟਸ। ਉਹ ਆਪਣੇ ਕਦੇ ਵੀ ਆਪਣੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦਾ। ਨੈਵਰ ਹੁੰਦਾ ਕਦੇ ਵੀ ਨਹੀਂ, ਓਵੇ ਹੁੰਦਾ ਵਿੱਚੋਂ ਕਹਿਣਾ ਮੰਨਣਾ, ਓਵੇਜ਼ ਕੀ ਹੈ ਵਰਬ ਦੀ ਫਾਰਮ ਨਾਲ ਐਸ ਲੱਗ ਗਿਆ, ਠੀਕ ਹੈ। ਉਹ ਕੀ ਹੈ ਵੀ ਪ੍ਰੈਜੈਂਟ ਕੀ ਹੋ ਗਿਆ, ਪ੍ਰੈਜੈਂਟ ਪਰਫੈਕਟ ਟੈਂਸ ਹੈ ਇਹ। ਅਤੇ ਉਹ ਕੀ ਕਦੇ ਵੀ ਆਪਣੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦਾ। ਹੀ ਪਲੇਜ਼ ਇਨ ਦ ਸਟਰੀਟਸ। ਸਟਰੀਟ ਹੁੰਦਾ ਗਲੀਆਂ। ਵਿਦ ਅਦਰ ਬੋਆਇਜ਼। ਹੀ ਪਲੇਜ਼ ਉਹ ਖੇਡਦਾ ਹੈ ਇਨ ਦ ਸਟਰੀਟਸ ਗਲੀਆਂ ਵਿੱਚ। ਵਿਦ ਅਦਰ ਬੋਆਇਜ਼ ਦੂਸਰੇ ਲੜਕਿਆਂ ਨਾਲ, ਉਹ ਦੂਸਰੇ ਲੜਕਿਆਂ ਦੇ ਨਾਲ ਗਲੀਆਂ ਦੇ ਵਿੱਚ ਖੇਡਦਾ ਰਹਿੰਦਾ ਹੈ। ਵਨ ਡੇ ਹਿਜ਼ ਫਾਦਰ ਟੇਕਸ ਹਿਮ ਟੂ ਏ ਸਕੂਲ। ਇੱਕ ਦਿਨ ਉਸਦੇ ਪਿਤਾ ਜੀ ਉਸਨੂੰ ਸਕੂਲ ਲੈ ਜਾਂਦੇ ਹਨ। ਵਨ ਡੇ ਇੱਕ ਦਿਨ ਹਿਜ਼ ਫਾਦਰ ਉਸਦੇ ਪਿਤਾ ਜੀ ਟੇਕਸ ਹਿਮ ਟੂ ਸਕੂਲ ਸਕੂਲ ਲੈ ਜਾਂਦੇ ਹਨ, ਠੀਕ ਹੈ। ਇੱਕ ਦਿਨ ਉਸਦੇ ਪਿਤਾ ਜੀ ਉਸਨੂੰ ਸਕੂਲ ਲੈ ਜਾਂਦੇ ਹਨ। ਦੇਅਰ ਹੀ ਸੀਜ਼ ਮੈਨੀ ਚਿਲਡਰਨ ਹੂ ਓਵੇ ਦੇਅਰ ਟੀਚਰਸ। ਉੱਥੇ ਉਹ ਦੇਖਦਾ ਹੈ ਕਿ ਬਹੁਤ ਸਾਰੇ ਬੱਚੇ ਹਨ ਜਿਹੜੇ ਕਿ ਆਪਣੇ ਅਧਿਆਪਕਾਂ ਦਾ ਕਹਿਣਾ ਮੰਨਦੇ ਹਨ। ਦੇਅਰ ਹੀ ਸੀਜ਼ ਉੱਥੇ ਦੇਖਦਾ ਹੈ ਮੈਨੀ ਚਿਲਡਰਨ ਬਹੁਤ ਸਾਰੇ ਬੱਚੇ, ਹੂ ਜਿਹੜੇ ਕਿ ਓਵੇ ਦੇਅਰ ਟੀਚਰਸ ਆਪਣੇ ਅਧਿਆਪਕਾਂ ਦਾ ਕਹਿਣਾ ਮੰਨਦੇ ਹਨ। ਦੇ ਲਰਨ ਮੈਨੀ ਗੁੱਡ ਹੈਬਿਟਸ ਇਨ ਸਕੂਲ। ਉਹ ਸਕੂਲ ਦੇ ਵਿੱਚੋਂ ਬਹੁਤ ਸਾਰੀਆਂ ਚੰਗੀਆਂ ਆਦਤਾਂ ਸਿੱਖਦੇ ਹਨ, ਠੀਕ ਹੈ। ਦੇ ਲਰਨ ਮੈਨੀ ਗੁੱਡ ਹੈਬਿਟਸ ਬਹੁਤ ਸਾਰੀਆਂ ਚੰਗੀਆਂ ਆਦਤਾਂ ਇਨ ਸਕੂਲ, ਸਕੂਲ ਵਿੱਚੋਂ ਬਹੁਤ ਸਾਰੀਆਂ ਚੰਗੀਆਂ ਆਦਤਾਂ ਸਿੱਖਦੇ ਹਨ। ਅਨਿਲ ਫੀਲਸ ਸੌਰੀ। ਅਨਿਲ ਨੂੰ ਕੀ ਹੈ ਵੀ ਸ਼ਰਮ ਮਹਿਸੂਸ ਹੁੰਦੀ ਹੈ, ਭਾਵ ਉਹ ਕੀ ਹੈ ਸ਼ਰਮ ਮਹਿਸੂਸ ਕਰਦਾ ਹੈ। ਸੌਰੀ ਜਾਂ ਅਫਸੋਸ ਵੀ ਕਹਿ ਸਕਦੇ ਹਾਂ। ਐਂਡ ਸਟਾਰਟਸ ਚੇਂਜਿੰਗ ਹਿਮਸੈਲਫ। ਅਤੇ ਉਹ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੰਦਾ ਹੈ। ਐਂਡ ਸਟਾਰਟਸ ਚੇਂਜਿੰਗ ਹਿਮਸੈਲਫ, ਉਹ ਆਪਣੇ ਆਪ ਨੂੰ ਬਦਲਣ ਵਿੱਚ ਕੀ ਹੈ ਵੀ ਬਦਲਣਾ ਸ਼ੁਰੂ ਕਰ ਦਿੰਦਾ ਹੈ। ਹਾਂਜੀ ਬੱਚੋ ਦੇਖੋ ਕਿੰਨਾ ਵਧੀਆ ਸਾਨੂੰ ਪਹਿਰੇ ਦੇ ਵਿੱਚੋਂ ਪਤਾ ਲੱਗਿਆ, ਪੰਜਾਬੀ ਵਿੱਚੋਂ ਵੀ ਹੈ ਨਾ, ਇੰਗਲਿਸ਼ ਦੇ ਵਿੱਚੋਂ, ਮੈਥ ਦੇ ਵਿੱਚੋਂ ਵੀ। ਇਸ ਕਰਕੇ ਜ਼ਰੂਰੀ ਨਹੀਂ ਵੀ ਇਕੱਲੇ ਅਸੀਂ ਉੱਤਰਾਂ 'ਤੇ ਨਿਸ਼ਾਨੀਆਂ ਲਗਾਉਣੀਆਂ ਨੇ, ਸਾਨੂੰ ਵੈਸੇ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਇਹਨਾਂ ਵਿੱਚੋਂ। ਪਹਿਲਾ ਫਸਟ ਕੁਐਸਚਨ ਹੈਗਾ ਵੇਅਰ ਡਿਡ ਅਨਿਲਸ ਫਾਦਰ ਟੇਕ ਹਿਮ ਵਨ ਡੇ।
ਉਸਦੇ ਪਿਤਾ ਜੀ ਉਸਨੂੰ ਇੱਕ ਦਿਨ ਕਿੱਥੇ ਲੈ ਗਏ ਬੱਚੇ? ਤੁਹਾਨੂੰ ਵੀ ਪਤਾ, ਆਪਾਂ ਪੜ੍ਹ ਚੁੱਕੇ, ਟੂ ਸਕੂਲ, ਸਕੂਲ ਵਿੱਚ ਲੈ ਗਏ ਹੈ ਨਾ। ਸੈਕਿੰਡ ਕੁਐਸਚਨ, ਵਟ ਕਾइंड ऑफ ए बॉय वाज अनिल? अनिल ਕਿਹੋ ਜਿਹਾ ਲੜਕਾ ਹੈ? ਲੇਜੀ ਐਂਡ ਵਾਈਜ਼। ਵਾਈਜ਼ ਹੁੰਦਾ ਬੱਚੇ, ਲੇਜੀ ਤਾਂ ਠੀਕ ਹੈ ਪਰ ਵਾਈਜ਼ ਉਹ ਸਿਆਣਾ ਨਹੀਂ ਹੈ, ਇਸ ਕਰਕੇ ਨਹੀਂ ਹੈ। ਗੁੱਡ ਐਂਡ ਲੇਜੀ, ਠੀਕ ਹੈ, ਲੇਜੀ ਹੈ ਉਹ ਪਰ ਗੁੱਡ ਨਹੀਂ ਹੈ, ਚੰਗਾ ਨਹੀਂ ਹੈ, ਸੁਸਤ ਤਾਂ ਹੈ। ਨਾਟੀ ਐਂਡ ਲੇਜੀ, ਹਾਂਜੀ ਬੱਚਿਓ, ਸ਼ਰਾਰਤੀ ਅਤੇ ਸੁਸਤ, ਨਿਕੰਮਾ, ਜਿਹੜਾ ਕਿ ਕੰਮ ਚੋਰ ਹੁੰਦਾ, ਕੰਮ ਨਹੀਂ ਕਰਦਾ। ਸੀ ਆਂਸਰ ਠੀਕ ਹੈ। ਹਾਂਜੀ ਉੱਤਰ ਹੈ ਸਾਡਾ ਸੀ ਆਂਸਰ। ਥਰਡ ਕੁਐਸਚਨ, ਵੇਅਰ ਡਿਡ ਅਨਿਲ ਲਰਨ ਗੁੱਡ ਹੈਬਿਟਸ? ਹਾਂਜੀ, ਲਰਨ ਕਿੱਥੋਂ ਚੰਗੀਆਂ ਆਦਤਾਂ ਸਿੱਖਦਾ ਹੈ? ਇਨ ਸਟਰੀਟਸ, ਗਲੀਆਂ ਵਿੱਚ। ਵਾਈਲ ਪਲੇਇੰਗ, ਜਦੋਂ ਖੇਡ ਰਿਹਾ ਹੁੰਦਾ? ਨਹੀਂ, ਬਿਲਕੁਲ ਨਹੀਂ। ਇਨ ਦਾ ਸਕੂਲ, ਸਕੂਲ ਦੇ ਵਿੱਚੋਂ ਹਰ ਬੱਚੇ ਕੀ ਹੈ, ਬਹੁਤ ਚੰਗੀਆਂ ਆਦਤਾਂ ਸਿੱਖਦੇ ਨੇ, ਇਸ ਕਰਕੇ ਅਨਿਲ ਵੀ ਕੀ ਹੈ, ਬਾਕੀ ਬੱਚਿਆਂ ਨੂੰ ਦੇਖ ਕੇ ਚੰਗੀਆਂ ਆਦਤਾਂ ਸਿੱਖਦਾ ਹੈ। ਸੀ ਆਂਸਰ ਇਜ਼ ਰਾਈਟ ਆਂਸਰ। ਫੋਰਥ ਕੁਐਸਚਨ ਦੇਖੋ, ਚੂਜ਼ ਦਾ ਔਡ ਵਨ। ਹਾਂਜੀ, ਔਡ ਹੁੰਦਾ ਕੀ ਹੈ, ਅਲੱਗ ਤਰ੍ਹਾਂ ਦਾ ਦੇਖਣਾ ਸੀ। ਬॉय ਦਾ ਬॉयਜ਼ ਬਣ ਗਿਆ, ਪਲੂਰਲ ਬਣ ਗਿਆ ਬੱਚੋ। ਹੈਬਿਟ ਦਾ ਹੈਬਿਟਸ ਹੋਣਾ ਚਾਹੀਦਾ ਸੀ। ਡੇ ਦਾ ਜਿਸ ਤਰ੍ਹਾਂ ਡੇਜ਼ ਹੈ, ਸਿਟੀ ਦਾ ਸਿਟੀ ਹੈ। ਹਾਂਜੀ ਬੱਚੋ, ਬॉय बॉयज़ ਬਿਲਕੁਲ ਸਹੀ ਹੈ। हैबिट हैबिट ही आ जाएगा, ठीक है। हैबिट ਦਾ हैबिट्स होना चाहिए। तो डे डेज, सिटी सिटीज़। हाँ जी बच्चों, की है ਇੱਥੇ ਬੱਚੋ ਦੋ, ਇਹਦਾ ਵੀ ਸਿਟੀ ਸਿਟੀ ਹੈ। ਇੱਥੇ ਆਪਾਂ ਕੁਝ ਵੀ ਨਹੀਂ ਕਹਿ ਸਕਦੇ, ਔਰ ਤਾਂ ਕੋਈ ਵੀ ਨਹੀਂ। ਜਦ ਆਪਾਂ ਦੇਖੀਏ ਹੈਬਿਟ, ਹੈਬਿਟ 'ਤੇ ਸਿਟੀ ਸਿਟੀ ਵੀ ਆ ਗਿਆ। ਡੇ ਦਾ ਕੀ ਹੈ, ਡੇਜ਼ ਆ ਗਿਆ। ਇੱਥੇ ਬॉय ਦਾ ਬॉयਜ਼ ਆ ਗਿਆ, ਇਸ ਕਰਕੇ ਇਹਦਾ ਆਂਸਰ ਬੱਚੋ ਨਹੀਂ ਕੁਛ ਕਲੀਅਰ ਹੋ ਰਿਹਾ। ਕੋਈ ਇਹਨਾਂ 'ਚੋਂ ਔਡ ਨਹੀਂ ਹੈ, ਕਿਉਂਕਿ ਇਹ ਦੋ ਇੱਕ ਨਾਲ ਦੇ ਨੇ, ਪਲੂਰਲ ਨੇ, ਅਤੇ ਹੈਬਿਟ ਦਾ ਹੈਬਿਟਸ ਹੁੰਦਾ, ਸਿਟੀ ਦਾ ਸਿਟੀਜ਼ ਹੁੰਦਾ। ਇਹ ਵੀ ਬੱਚੋ ਸਹੀ ਨਹੀਂ ਹੈਗਾ, ਠੀਕ ਹੈ। ਇਸ ਕਰਕੇ ਅੱਜ ਇਹ ਆਂਸਰ ਥੋੜ੍ਹੀ ਜਿਹੀ ਪਜ਼ਲ ਹੈ। ਸੌਰੀ, ਆਪਾਂ ਦੇਖਦੇ ਹਾਂ, ਕੱਲ੍ਹ ਦੇਖਾਂਗੇ, ਬਾਰੇ ਦੱਸਾਂਗੇ ਤੁਹਾਨੂੰ। ਫਿਫਥ ਕੁਐਸਚਨ, ਚੂਜ਼ ਦਾ ਵਰਬ। ਟੇਲਰ, ਟੇਲਰ ਹੁੰਦੇ ਬੱਚੇ ਦਰਜੀ। ਲੇਜੀ ਹੁੰਦਾ ਸੁਸਤ, ਸਕੂਲ, ਸਕੂਲ ਨੂੰ ਕਹਿੰਦੇ ਨੇ। ਅਤੇ ਵਰਬ ਕੀ ਹੈ ਇੱਥੇ, ਪਲੇ, ਪਲੇ ਕੀ ਹੈ, ਖੇਡਣਾ। ਪਲੇਡ, ਪਲੇਡ ਕੀ ਹੈ, ਡੀ ਹੈ। ਆਂਸਰ ਇਜ਼ ਰਾਈਟ ਆਂਸਰ ਹੈ ਕਿ ਇੱਕ ਵਰਬ ਹੈ, ਠੀਕ ਹੈ ਬੱਚੇ। ਵਰਬ ਕਿਹਨੇ ਲੈਣੇ ਆਪਾਂ ਇਸ ਨੂੰ। ਅੱਗੇ ਆ ਗਿਆ विषय हिंदी। हाँ जी, अब्राहम लिंकन अमेरिका के राष्ट्रपति होते हुए भी अपना काम स्वयं करने में विश्वास रखते थे, हर काम को महत्व देते थे। एक बार की बात है कि वे अपने जूते पॉलिश कर रहे थे। उन्हें यह करता देखकर एक व्यक्ति उनके पास आया और बोला, यह क्या, आप अपने जूते स्वयं पॉलिश कर रहे हैं? उनकी यह बात सुनकर लिंकन मुस्कुरा कर बोले, तो क्या तुम किसी और के जूते पॉलिश करते हो? यह सुनकर वह व्यक्ति बहुत शर्मिंदा हुआ। लिंकन द्वारा हंसी मजाक में कही गई यह बात हमें एक बहुत बड़ी शिक्षा देती है कि कोई भी काम बड़ा या छोटा नहीं होता और हमें अपना काम स्वयं करने में कभी भी शर्म महसूस नहीं करनी चाहिए। हर काम सम्मानीय है, सम्मानीय भाव बच्चे इज्जतदार है, इसलिए तो हमें बड़ों से शिक्षा मिलती है, कर्म ही पूजा है। हाँ जी बच्चों, देखो ਇਹ ਵਾਲਾ ਪੈਰਾ, ਪੰਜਾਬੀ ਵਾਲਾ ਪੈਰਾ, ਇੰਗਲਿਸ਼ ਵਾਲਾ ਪੈਰਾ ਸਾਨੂੰ ਕਿੰਨੀਆਂ ਵਧੀਆ ਵਧੀਆ ਕੀ ਨੇ, ਸਾਨੂੰ ਸਿੱਖਿਆਦਾਇਕ ਗੱਲਾਂ ਦੱਸ ਰਹੇ ਨੇ। ਪਲੀਜ਼ ਤੁਸੀਂ ਇਹਨਾਂ ਨੂੰ ਜ਼ਰੂਰ ਤੋਂ ਜ਼ਰੂਰ ਪੜ੍ਹਿਆ ਕਰੋ। ਪਹਿਲਾ ਪ੍ਰਸ਼ਨ ਹੈਗਾ, ਦੇਖੋ, कर्म ही पूजा है का क्या अर्थ है? पालन करना, बिना काम के पूजा करना, काम ही सफलता की कुंजी है। ਇਹਦਾ ਭਾਵ ਕੀ ਹੈ ਬੱਚੋ? थर्ड आंसर की साडा उत्तर के बिल्कुल सही उत्तर है, क्योंकि हम कोई भी काम हो, काम कोई बड़ा छोटा नहीं होता, ठीक है। चाहे कोई पोछा लगा रहा है, चाहे कोई झाड़ू लगा रहा है, ठीक है, चाहे कोई डॉक्टर है, हर के काम की अपनी अपनी महत्ता है। इसलिए हमें कभी भी काम को बड़ा छोटा नहीं कहना चाहिए, काम सभी बराबर होते हैं। जो लोग अपनी काम करके कि अपने पेट का पालन करते हैं, वो सभी के भी काम किए सामान्य होते हैं। इसलिए तीसरा आंसर क्या आंसर सही उत्तर है। दूसरा प्रश्न है, निम्नलिखित शब्दों में से कौन से शब्द में संयुक्त व्यंजन का प्रयोग किया गया है? राष्ट्रपति में भी किया गया है बच्चों, सामान्य में भी किया गया है, मुस्कुराहट में, उपरोक्त सभी में। हाँ जी बच्चों, चौथा उत्तर बिल्कुल सही है, सभी में संयुक्त व्यंजन का प्रयोग किया गया है। तीसरा प्रश्न, लिंकन क्या कर रहे थे? खाना बना रहे थे, बातें कर रहे थे, बूट पॉलिश कर रहे थे? हाँ जी बच्चों, तीसरा उत्तर बिल्कुल सही है, बूट पॉलिश कर रहे थे।
चौथा प्रश्न, हर कार्य होता है क्या होता है? सामान्य होता है। मैंने आपको पहले भी बताया है कि हर कार्य, ठीक है, सामान्य होते हैं। चोरी करना सामान्य नहीं, कार्य नहीं है। जो एक धोखा है, हाथ से काम करना, उसके भी सामान्य होता है। प्रश्न 5, लिंकन कहाँ के राष्ट्रपति थे? लिंकन अमेरिका के राष्ट्रपति थे। तीसरा उत्तर बिल्कुल सही उत्तर है। हाँ जी, अगे आप बढ़ते हैं वातावरण के वल, जिੱਥੋਂ कि सानू इस वातावरण ਦੇ ਰਹਿਣ ਦੇ ਵਿੱਚ बहुत ਸਾਰੀਆਂ ਚੰਗੀਆਂ ਗੱਲਾਂ ਕੀ ਹੈ ਪਤਾ ਲੱਗਦੀਆਂ ਨੇ। ਦੇਖੋ ਪਹਿਲਾ ਪ੍ਰਸ਼ਨ ਹੈਗਾ, ਜੇਕਰ ਤੁਸੀਂ ਹਰੀਆਂ ਸਬਜ਼ੀਆਂ ਨੂੰ ਕਈ ਦਿਨਾਂ ਤੱਕ ਖਰਾਬ ਹੋਣ ਤੋਂ ਬਚਾਉਣਾ ਹੋਵੇ ਤਾਂ ਹੇਠ ਲਿਖਿਆਂ ਵਿੱਚੋਂ ਕਿਸ ਉਪਕਰਨ ਦੀ ਵਰਤੋਂ ਕਰੋਗੇ? हाँ जी, पहला उत्तर बिल्कुल सही है बच्चों, फ्रिज की। असीं की करांगे? फ्रिज की वरतों करांगे तो इत्थे जिहड़ियां चीज़ां ने बहुत दिन की कह रह सकदियां ने, काफ़ी दिन की खराब होने तो रह सकदियां ने। माइक्रोवेव च असीं गर्म चीज़ां करन वास्ते जां कोई खाना बनाउण वास्ते दी वरतों करदे हां। हीटर तुहानूं पता है कि एक बालन के तौर ते, एक गैस के तौर पर काम वरतते हैं कि ये चीज़ां नूं पकाउण वास्ते। प्रैस की है कपड़िਆਂ ते कीती जांदी है, इस करके असीं फ्रिज दे विच ही खाना की है भी खराब होने तो बचा सकते हैं। ऊड़ा उत्तर सही है। दूसरा प्रश्न, जेकर मींह या किसी होर कारण पिंडां, शहरां जां गलियां पानी नाल भर जाण तां उस नूं की कहा जांदा है? सोका, भूचाल, हड़ जां वरखा रुੱਤ? बच्चों वरखा रुੱਤ तां हुंदा कि जेकर कल्ले मींह नाल तां आपां वरखा रुੱਤ कह सकदे सी, पर इत्थे कि भी किसी होर कारण हो सकदे, किसी नहर दा कोई बंन टुੱਟ जे, ठीक है ना, कोई बंद खुल जे ਤਾਂ ਕਿ ਉਸ ਨਾਲ ਕੀ ਹੈ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕੀ ਆ ਜਾਂਦਾ ਵੀ ਹੜ੍ਹ ਆ ਜਾਂਦਾ। ਤਾਂ ਤੀਸਰਾ ਉੱਤਰ ਕੀ ਹੈ ਬਿਲਕੁਲ ਸਹੀ ਹੈ। ਜਾਂ ਹੋਰ ਕਾਰਨ ਨਾ ਹੁੰਦਾ ਫਿਰ ਆਪਾਂ ਕਹਿ ਸਕਦੇ ਸੀ ਵਰਖਾ ਰੁੱਤ, ਮੀਂਹ ਕਾਰਨ ਤਾਂ ਵਰਖਾ ਰੁੱਤ ਕਹਿ ਸਕਦੇ ਸੀ, ਪਰ ਇੱਥੇ ਕੀ ਹੈ ਵੀ ਆਪਾਂ ਹੜ੍ਹ ਕਹਾਂਗੇ ਕਿਉਂਕਿ ਹੋਰ ਕਾਰਨ ਨਾਲ ਵੀ ਪਾਣੀ ਆ ਸਕਦਾ, ਉਹਨੂੰ ਕੀ ਬੋਲਦੇ ਆ? ਹੜ੍ਹ। ਤਾਂ ਤੀਸਰਾ ਪ੍ਰਸ਼ਨ, ਦੰਦਾਂ ਦੀ ਸੰਭਾਲ ਲਈ ਖਾਣਾ ਖਾਣ ਤੋਂ ਬਾਅਦ ਹਰ ਰੋਜ਼ ਬਰਸ਼ ਕਰੋ, ਬਿਲਕੁਲ ਸਹੀ ਹੈ। आइसक्रीम हर रोज़ खाओ, ये भी बिल्कुल गलत है बच्चों। सौण वेले चॉकलेट खाओ, ये भी गलत है। नहाना जरूरी है, दंदां लई बच्चों नहाना कोई जरूरी नहीं हैगा, ये तो सेहत लई नहाना जरूरी है, ठीक है ना। तो सब तो पहला की है भी खाना खाण तो बाद हर रोज़ ब्रश करो, पहला उत्तर बिल्कुल सही उत्तर है। अगे चौथा प्रश्न, तस्वीर विच दिखाई दे रहे जंतुओं संबंधी किहड़ा कथन गलत है? ये बच्चों छिपकली है, डड्डू है ते मछली है। ਇਹ ਅੰਡੇ ਦਿੰਦੇ ਹਨ। ਹਾਂਜੀ, ਇਹ ਤਿੰਨੇ ਅੰਡੇ ਦਿੰਦੇ ਹਨ। ਇਹ ਆਪਣੇ ਬੱਚਿਆਂ ਦੀ ਦੇਖਭਾਲ ਕਰਦੇ ਹਨ। ਹਾਂਜੀ, ਹਰ ਜੀਵ ਕੀ ਉਹ ਆਪਣੇ ਬੱਚਿਆਂ ਦੀ ਦੇਖਭਾਲ ਕਰਦਾ ਹੈ। ਇਹ ਆਪਣੇ ਬੱਚਿਆਂ ਦੀ ਸੁਰੱਖਿਆ ਨਹੀਂ ਕਰਦੇ। ਹਾਂਜੀ, ਇਹ ਕੀ ਸੁਰੱਖਿਆ ਨਹੀਂ ਕਰਦੇ ਬੱਚਿਓ? ਇਹ ਕੀ ਗਲਤ ਹੈ, ਕਿਉਂਕਿ ਹਰ ਜੀਵ ਕੀ ਹੈ ਕਿ ਆਪਾਂ ਇੱਥੇ ਦੇਖਦੇ ਵੀ ਬੱਚਿਆਂ ਦੀ ਸੁਰੱਖਿਆ ਕਰਦੇ ਹਨ। ਇਹ ਬੱਚਿਆਂ ਨੂੰ ਭੋਜਨ ਨਹੀਂ ਖਵਾਉਂਦੇ, ਇਹ ਬਿਲਕੁਲ ਸਹੀ ਹੈ। ਕਿਉਂਕਿ ਜਿਸ ਤਰ੍ਹਾਂ ਇਹ ਡੱਡੂ ਹੈ ਬੱਚੋ, ਇਹਦੇ ਅੰਡਾ ਕੀ ਇੱਕ ਜੈਲੀ ਦੀ ਤਰ੍ਹਾਂ ਹੁੰਦਾ ਹੈ, ਜਿਹੜਾ ਕਿ ਆਪਣੇ ਅੰਡਿਆਂ ਦੇ ਵਿੱਚ ਹੀ ਆਪਣੇ ਬੱਚੇ ਕੀ ਦਿੰਦਾ, ਉਹਨਾਂ ਨੂੰ ਅੱਗੇ ਕੀ ਹੈ ਵੀ ਭੋਜਨ ਦਿੰਦਾ। ਅਤੇ ਜਦੋਂ ਬੱਚੇ ਬਾਹਰ ਨਿਕਲ ਆਉਂਦੇ ਨੇ ਫਿਰ ਉਹਨਾਂ ਨੂੰ ਭੋਜਨ ਨਹੀਂ ਦਿੰਦਾ। ਇਸ ਕਰਕੇ ਇਹ ਜੀਵ ਜੰਤੂ ਵੀ ਕੀ ਨੇ, ਕਈ ਵਾਰ ਜਿਹੜੀ ਛਿਪਕਲੀ ਹੈ ਵੀ ਹਾਲਾਤਾਂ ਦੇ ਮੁਤਾਬਕ ਗਰਮੀ ਜਾਂ ਸਰਦੀ ਦੇ ਵਿੱਚ, ਜਦੋਂ ਕਿ ਹਾਲਾਤ ਅਨੁਕੂਲ ਨਾ ਹੋਣ, ज़्यादा गर्मी होवे या सर्दी होवे, कई बार ये अपने बच्चों को खुद ही खा जाती है, ठीक है। इस करके भी ये अपने बच्चों को भोजन नहीं खवाते। चौथा उत्तर बिल्कुल सही उत्तर है। अगे देखो जी, पंजवां प्रश्न, टीम विच खेडण नाल असीं सिखते हाँ मिलवर्तन, सहयोग ते तालमेल, बिल्कुल सही है। असीं मिलवर्तन भी सीखते हैं, सहयोग करना भी सीखते हैं, तो एक दूसरे दे नाल तालमेल मिलाउणा भी सीखते हैं। नफरत ईर्ष्या बिल्कुल गलत है। गालां कढणियां ते गलत बोलना बिल्कुल गलत है। लड़ाई करना बिल्कुल गलत है। इस चीज़ां नहीं सीखते, बल्कि असीं खेडां नाल मिलवर्तन, सहयोग ते तालमेल सीखते हैं। पहला उत्तर बिल्कुल सही है। तो बच्चों मेरी वार वार तुहानूं ये बेनती है, पूरी तरह तुसीं पूरी वीडियो देखिया करो, ताकि तुहानूं कल्ले कल्ले प्रश्न बारे नहीं जानना, सिर्फ असीं पैरिਆਂ तो बहुत सारा ज्ञान भी प्राप्त करना है। चलो बच्चों ठीक है, गुड नाइट, गुड डे, हैव ए नाइस डे।